Good morning, students. First of all, I welcome to all in the first lecture of physics of class 10 plus 1. बेटा आज ਜਿਹੜਾ ਹੈ ਸਾਡਾ ਜਿਹੜਾ ਲੈਕਚਰ ਹੈ ਇੱਕ ਜਸਟ ਬੇਸਿਕ ਕਨਸੈਪਟ ਹੈ ਤੇ ਅਸੀਂ ਜਿਹੜਾ ਹੈ ਆਪਣੇ ਮਾਈਂਡ ਨੂੰ ਸੈੱਟ ਕਰਨਾ ਹੈ ਕਿ ਅਸੀਂ ਪੂਰਾ ਸਾਲ ਬੇਟਾ ਫਿਜ਼ਿਕਸ ਦੇ ਵਿੱਚ ਕਿਹੜੀ ਚੀਜ਼ਾਂ ਜਿਹੜੀਆਂ ਪੜਾਂਗੇ, ਇਹਦੇ ਵਿੱਚ ਕਿਹੜੇ ਬੇਟਾ ਕਨਸੈਪਟਸ ਜਿਹੜੇ ਅਸੀਂ ਡਿਸਕਸ ਕਰਾਂਗੇ, ਉਹਦੇ ਬਾਰੇ ਬੇਟਾ ਇੱਕ ਸਿੰਪਲ ਜਿਹਾ ਸਾਡਾ ਲੈਕਚਰ ਹੈ. First of all, we will discuss physical world. इस physical world ਦੇ ਅੰਦਰ ਬੇਟਾ ਸਾਡੇ ਕੋਲ ਪਹਿਲਾ ਟੌਪਿਕ ਆਉਂਦਾ ਹੈ what is physics. ਬੇਟਾ ਫਿਜ਼ਿਕਸ ਕੀ ਹੈ? Physics is the branch of science which deals with the study of nature and its laws. बेटा साइंस की ब्रांच है. इस तो इलावा तुसी बेटा कैमिस्ट्री, बायोलॉजी वगैरह बेटा होर ब्रांचिस भी ने. फिजिक्स दे विच बेटा असी सिर्फ नेचर की स्टडी जिहड़ी है बेटा उहदे बारे आपां डिस्कस करना है, उहदे लॉज बारे बेटा असी डिस्कस करांगे. हुण क्वेश्चन आंदा है कि नेचर है की ते उहदी बेटा किस तरह की स्टडी हो सकती है. बेटा नेचर जिहड़ा है जिस तरह बेटा साडे कोल ब्यूटीफुल वर्ल्ड जिहड़ा तुसी देख रहे हो ਜਿਹਦੇ ਵਿੱਚ 에ਅਰ ਵੀ ਆ ਰਹੀ ਹੈ, ਵਾਟਰ ਵੀ ਆ ਰਿਹਾ ਹੈ, ਹਿਊਮਨ ਬੀਇੰਗਸ ਨੇ, ਪਲਾਂਟਸ ਨੇ, ਐਨੀਮਲਸ ਨੇ, ਪਲੈਨਟਸ ਨੇ, ਸਨ ਨੇ. ਬੇਟਾ ਇਹ ਸਾਰਾ ਕੁਝ ਤੁਹਾਡਾ ਜਿਹੜਾ ਨਾ ਇਹ ਤੁਹਾਡਾ ਨੇਚਰ ਹੈ ਤੇ ਇਸ ਦੀ ਸਟੱਡੀ ਜਿਹੜੀ ਹੈ ਬੇਟਾ ਉਹ ਜਿਹੜਾ ਕੰਮ ਹੈ ਇਸ ਬ੍ਰਾਂਚ ਦਾ ਹੈ ਬੇਟਾ ਦੈਟ ਇਜ਼ ਫਿਜ਼ਿਕਸ. ਹੁਣ ਬੇਟਾ ਕੁਐਸਚਨ ਆਇਆ ਕਿ ਇਹਦੇ ਬੇਟਾ ਆਪਾਂ ਸਟੱਡੀ ਕੀ ਕਰਨਾ ਹੈ. ਬੇਟਾ ਸਾਡੀ ਨੇਚਰ ਦੇ ਵਿੱਚ ਕਿੰਨੀਆਂ ਇਵੈਂਟਸ ਹਰ ਰੋਜ਼ ਬੇਟਾ ਡੇਲੀ ਵਾਪਰਦੀਆਂ ਨੇ. ਕਈਆਂ ਬਾਰੇ ਬੇਟਾ ਤੁਸੀਂ ਸੁਣਿਆ ਵੀ ਹੋਏਗਾ ਤੇ ਕਈਆਂ ਬਾਰੇ ਬੇਟਾ ਤੁਸੀਂ ਸੋਚਿਆ ਵੀ ਹੋਏਗਾ. ਫੋਰ ਐਗਜ਼ਾਮਪਲ ਮੰਨ ਲਓ ਬੇਟਾ ਇਹ ਚੌਕ ਦਾ ਇੱਕ ਪੀਸ ਹੈ ਬੇਟਾ, ਜਿਹਨੂੰ ਮੈਂ ਛੱਡ ਦੇਵਾਂ ਤੇ ਇਹ ਹਮੇਸ਼ਾ ਥੱਲੇ ਹੀ ਡਿੱਗਦਾ ਹੈ, ਉੱਪਰ ਕਿਉਂ ਨਹੀਂ ਜਾਂਦਾ. ਬੇਟਾ ਇਹਦੇ ਬਾਰੇ ਵੀ ਜਿਹੜਾ ਸਟੱਡੀ ਕੀਤੀ ਗਈ, ਤੁਹਾਨੂੰ ਪਤਾ ਬੇਟਾ ਨਿਊਟਨ ਨੇ ਇਹਦੇ ਬਾਰੇ ਸਟੱਡੀ ਕੀਤੀ, ਜਿਸ ਨੂੰ ਬੋਲਦੇ ਬੇਟਾ ਨਿਊਟਨ ਲਾਅ ਆਫ ਗ੍ਰੈਵਿਟੇਸ਼ਨ. बेटा न्यूटन साइंटिस्ट ने ये बारे स्टडी की कि चीज थले को डिगदी है, ऊपर क्यों नहीं जाती. यह बेटा यदी स्टडी इस करके बेटा जी करनी है. इस इवेंट का हल लभ्या गया वो बेटा किहदा पार्ट सीगा बेटा फिजिक्स का. इस तो इलावा बेटा जिहड़े प्लैनेट्स ने वो सन दे राउंड घूमी जा रहे हैं, क्यों घूमी जा रहे हैं, उन्हां दी स्टडी आपां करांगे. होर जे बेटा असीं अपने हैंड नूं रब करदे हां, बेटा मैं तो हैंड रब किए लेकिन हाथ गर्म हो गए, हीट आ कितों गई, ਇਹਦੀ स्टडी ਇਹਦੀ मिस्ट्री ਨੂੰ बेटा ਆਪਾਂ रिवील करांगे, ਲੱਭਾਂਗੇ ਇਹਦਾ ਰਹੱस्य ਕੀ ਹੈ. ਇਹ ਸਾਰਾ ਕੰਮ बेटा ਸਾਡਾ ਫਿਜ਼ਿਕਸ ਦਾ ਹੀ ਹੈ. ਇਸ ਤੋਂ ਇਲਾਵਾ ਹੋਰ बेटा ਕਈ ਇਵੈਂਟਸ ਨੇ. ਦਿਨ ਰਾਤ ਕਿਸ ਤਰ੍ਹਾਂ ਬਣ ਜਾਂਦੇ ਨੇ, ਕਰੰਟ ਕਿਸ ਤਰ੍ਹਾਂ ਪੈਦਾ ਹੋਇਆ. ਜਦੋਂ ਅਸੀਂ ਕਰੰਟ बेटा ਕਿਸੇ ਵਾਇਰ ਵਿੱਚੋਂ ਪਾਸ ਕਰਦੇ ਨੇ ਤੇ ਵਾਇਰ ਸਾਡੀ ਜਿਹੜਾ बेटा ਗਰਮ ਹੋ ਜਾਂਦੀ ਹੈ. ਅਸੀਂ ਬਾਹਰੋਂ ਹੀਟ ਤੇ बेटा ਕੋਈ ਸਪਲਾਈ ਨਹੀਂ ਕੀਤੀ, ਲੇਕਿਨ ਤਾਰ ਕਿਉਂ ਗਰਮ ਹੋ ਗਈ. ਇਹ ਤੁਸੀਂ बेटा 10th ਕਲਾਸ 'ਚ ਓਮਸ ਲਾਅ ਵਗੈਰਾ ਪੜਿਆ. बेटा ਇਹ ਸਾਰੀ ਸਟੱਡੀ ਜਿਹੜੀ ਹੈ ਨੇਚਰ ਦੀ ਸਟੱਡੀ, ਜੋ ਕੁਝ ਸਾਡੇ ਆਲੇ ਦੁਆਲੇ 'ਚ ਵਾਪਰ ਰਿਹਾ ਹੈ ਉਹਨੂੰ बेटा ਬੜੇ ਧਿਆਨ ਪੂਰਵਕ ਅਸੀਂ ਸਟੱਡੀ ਕਰਨਾ ਹੈ ਤੇ ਉਹਦੇ ਲਾਜ਼ ਨੂੰ ਵੀ बेटा ਆਪਾਂ ਸਟੱਡੀ ਕਰਨਾ ਹੈ. ਦੈਟ ਇਜ਼ ਦਾ ਮੇਨ ਸਬਜੈਕਟ. ਇਹ बेटा ਹਿਸ ਕਾਹਦਾ ਕੰਮ ਹੈ बेटा ਉਹ ਸਾਡਾ ਫਿਜ਼ਿਕਸ ਦਾ ਹੀ ਕੰਮ ਹੈ, ਆਪਣੇ ਨੇਚਰ ਨੂੰ ਸਟੱਡੀ ਕਰਨਾ. दूसरा पॉइंट है बेटा कि जेड़ा फिजिक्स का जेड़ा सब्जेक्ट है इट इज ए वेरी एक्साइटिंग सब्जेक्ट. बहुत ही बेटा इंटरस्टिंग ते बेटा इस सब्जेक्ट जेड़ा है ना बहुत ही एक्साइटमेंट होती है इसनूं पढ़ के. बहुत ही वधिया सब्जेक्ट है. फॉर एग्जाम्पल बेटा आर्कमिडीज नाम का बेटा एक साइंटिस्ट होया जिसने सानू लॉ दिते फ्लोटेशन के. कोई चीज पानी विच तैरती है ਉਹਦੇ नियम ਜਿਹੜੇ बेटा ਸਾਨੂੰ ਦੱਸੇ ਆਰਕਮਿਡੀਜ਼ ਨੇ ਦੱਸੇ. ਜਿਸ ਤਰ੍ਹਾਂ बेटा ਤੁਸੀਂ ਕਈ ਵਾਰੀ ਪਾਣੀ ਵਿੱਚ ਵੜਦੇ ਜੇ, ਕਈ ਵਾਰੀ ਸਰੋਵਰ 'ਚ ਜਾਓ ਜਾਂ ਕਿਤੇ ਪਾਣੀ 'ਚ बेटा ਐਂਟਰ ਕਰਦੇ ਆ ਤਾਂ ਤੁਸੀਂ ਦੇਖਦੇ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ weight ਥੋੜਾ ਜਿਹਾ ਘਟ ਗਿਆ. बेटा ਇਹ ਸਾਰਾ ਕੁਝ ਐਕਸਪਲੇਨ ਕੀਤਾ बेटा ਆਰਕਮਿਡੀਜ਼ ਨੇ. बेटा ਜਦੋਂ ਉਹਨੇ ਆਪਣਾ ਇਹ ਵਾਲਾ ਜਿਹੜਾ ਹੈ ਨਵੀਂ ਡਿਸਕਵਰੀ ਕੀਤੀ, लॉ ऑफ फ्लोटेशन उन्हें बना लिया तो बेटा उन्होंने इन्नी एक्साइटमेंट हुई कि उन्हें अपना एकदम जिहड़ा खुशी दे विच बोलना शुरू करता, यूरेका यूरेका. उन्होंने मतलब अपनी लैंग्वेज बोलिया, उन्होंने इन्नी खुशी हुई कि मैं यह चीज़ लभ ली, मैं जिहड़ा है नेचर की मिस्ट्री नूं रिवील कर लिया है. सिमिलरली बेटा गैलीलियो नाम का साइंटिस्ट होया,
ਉਹਨੇ ਜਦੋਂ ਲੱਭਿਆ ਕਿ ਪਲੈਨਟ ਜਿਹੜਾ ਹੈ ਉਹ ਸਨ ਦੇ ਦੁਆਲੇ ਬੇਟਾ ਘੁੰਮਦਾ ਹੈ, ਆਪੇ ਸੋਚੋ ਬੇਟਾ ਉਹਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਹੋਏਗਾ। ਇਸ ਤੋਂ ਇਲਾਵਾ ਬੇਟਾ ਹੋਰ ਕਈ ਸਾਇੰਟਿਸਟ ਨੇ, ਨਿਊਟਨ ਹੈ ਉਹਨੇ ਆਪਣੇ ਲਾਜ਼ ਬਣਾਤੇ, ਨਿਊਟਨ ਲਾਅ ਆਫ ਗ੍ਰੈਵਿਟੇਸ਼ਨ ਬਣ ਗਿਆ ਬੇਟਾ। ਕਈ ਜਿਹੜੇ ਨੇ ਸਾਇੰਟਿਸਟ ਦੀ ਦੇਣ ਅੱਜ ਤੱਕ ਬੇਟਾ ਅਸੀਂ ਜਿਹੜਾ ਹੈ ਉਹਨਾਂ ਦੀ ਐਪਲੀਕੇਸ਼ਨ ਬੇਟਾ ਅਸੀਂ ਆਪਣੀ ਲਾਈਫ ਦੇ ਵਿੱਚ ਬੇਟਾ ਵਰਤਦੇ ਪਏ ਹਾਂ। ਜਿਸ ਤਰ੍ਹਾਂ ਬੇਟਾ ਐਡੀਸਨ ਨੇ ਬਲਬ ਸਾਨੂੰ ਤਿਆਰ ਕਰਕੇ ਦਿੱਤਾ, ਜਨਰੇਟਰ ਤਿਆਰ ਹੋ ਗਿਆ ਬੇਟਾ। ਇਹ ਸਾਰਾ ਕੁਝ ਬੇਟਾ ਸਾਰਾ ਫਿਜ਼ਿਕਸ ਦਾ ਹੀ ਹੈ। ਤੇ ਫਿਜ਼ਿਕਸ ਜਿਹੜੀ ਹੈ ਸਾਡੀ ਇੱਕ ਬਹੁਤ ਹੀ ਜਿਹੜੀ ਹੈ ਐਕਸਾਈਟਿੰਗ ਜਿਹੜਾ ਬੇਟਾ ਇੱਕ ਸਬਜੈਕਟ ਹੈ। ਨਾਓ ਬੇਟਾ ਫਿਜ਼ਿਕਸ ਨੂੰ ਚੰਗੇ ਤਰੀਕੇ ਨਾਲ ਬੇਟਾ ਕਲੀਅਰ ਕਰਨ ਵਾਸਤੇ ਸਾਨੂੰ ਕੁਝ ਟਰਮਸ ਹੈ ਬੇਟਾ, ਇਹਨਾਂ ਬਾਰੇ ਸਾਨੂੰ ਪਹਿਲਾਂ ਦੇਖਣਾ ਪਏਗਾ, ਜਿਹਦੇ ਵਿੱਚੋਂ ਬੇਟਾ ਸਭ ਨਾਲੋਂ ਪਹਿਲੀ ਟਰਮ ਜਿਹੜੀ ਆਉਂਦੀ ਹੈ ਸਾਡੀ ਬੇਟਾ ਇੰਟਰੈਕਸ਼ਨ। इंटरैक्शन की चीज है, आओ पहला इंटरैक्शन बारे देखते हैं बेटा। इंटरैक्शन इज ए जस्ट फोर्स बिटवीन टू पार्टिकल्स। दो पार्टिकल दे विच जिहड़ी बेटा जिहड़ी फोर्स हुंदी है जां रिपल्शन वाली जां बेटा अट्रैक्शन वाली, उस नूं असी इंटरैक्शन बोलते हैं। जिस तरह असी 10th क्लास च पढ़िया, पॉजिटिव चार्ज ते नैगेटिव चार्ज एक दूसरे नूं अट्रैक्ट करते हैं, ਤੇ ਸਿਮਿਲਰ ਚਾਰਜ ਪੋਜ਼ਿਟਿਵ ਹੋਣ ਤੇ ਬੇਟਾ ਇੱਕ ਦੂਸਰੇ ਨੂੰ ਰਿਪੈਲ ਕਰਦੇ ਨੇ। ਇਹ ਜਿਹੜੀ ਫੋਰਸ ਆਫ ਅਟਰੈਕਸ਼ਨ ਹੈ ਜਾਂ ਫੋਰਸ ਆਫ ਰਿਪਲਸ਼ਨ ਹੈ, ਦਿਸ ਇਜ਼ ਕਾਲਡ ਇੰਟਰੈਕਸ਼ਨ। ਇੰਟਰੈਕਸ਼ਨ ਦਾ ਮਤਲਬ ਬੇਟਾ ਜਸਟ ਇੱਕ ਫੋਰਸ ਤੋਂ ਹੈ। ਹਾਂਜੀ ਬੇਟਾ ਕਲੀਅਰ। ਤੁਹਾਨੂੰ ਨਾਰਥ ਪੋਲ ਇੱਕ ਸਾਊਥ ਪੋਲ, ਮੈਗਨੇਟ ਦੇ ਬੇਟਾ ਦੋ ਪੋਲ ਹੁੰਦੇ ਆ। ਜਦੋਂ ਨਾਰਥ ਪੋਲ ਲਾਗੇ ਬੇਟਾ ਅਸੀਂ ਨਾਰਥ ਪੋਲ ਲੈ ਕੇ ਆਉਂਦੇ ਆ, ਮੈਗਨੇਟ ਦੇ ਲਾਗੇ ਬੇਟਾ ਮੈਗਨੇਟ ਲੈ ਕੇ ਆਓਗੇ ਲਾਈਕ ਦਿਸ, ਤੇ ਬੇਟਾ ਇੱਕਦਮ ਦੂਸਰਾ ਨਾਰਥ ਸਿਮਿਲਰ ਹੈ, ਦੂਸਰੀ ਮੈਗਨੇਟ ਬੇਟਾ ਸਾਈਡ ਤੇ ਹਟ ਜਾਂਦੀ ਹੈ। ਇਟ ਇਜ਼ ਆਲਸੋ ਏ ਫੋਰਸ ਆਫ ਇੰਟਰੈਕਸ਼ਨ। ਤੇ ਜੇ ਮੈਂ ਕਿਸੇ ਬੋਡੀ ਨੂੰ ਬੇਟਾ ਇਸ ਤਰ੍ਹਾਂ ਸੁੱਟਦਾ ਤੇ ਅਰਥ ਇਹਨੂੰ ਖਿੱਚ ਲੈਂਦੀ ਹੈ, ਤੇ ਬੇਟਾ ਇਹ ਗ੍ਰੈਵਿਟੇਸ਼ਨਲ ਫੋਰਸ ਹੈ। ਇੰਟਰੈਕਸ਼ਨ ਦਾ ਮੇਨ ਮਤਲਬ ਹੈ ਫੋਰਸ ਤੋਂ। ਇਟ ਮੇ ਬੀ ਅਟਰੈਕਟਿਵ ਔਰ ਇਟ ਮੇ ਬੀ ਰਿਪਲਸਿਵ। ਨਾउ द सेकंड टर्म इज फील्ड। बेटा फील्ड की चीज है, नाल बेटा ਅਸੀਂ ਸਮਝਣ ਵਾਸਤੇ ਇਹਨੂੰ ਉੱਪਰੋਂ ਬੇਟਾ ਅਸੀਂ ਰੱਬ ਵੀ ਕਰ ਦਿੰਦੇ ਥੋੜਾ ਜਿਹਾ। ਨਾउ व्हाट इज फील्ड? ਇਹ फील्ड की चीज है बेटा। मान लो ਇਹ ਸਾਡੇ ਕੋਲ ਇੱਕ ਮੈਗਨੇਟ ਹੈ ਜਿਸ ਦਾ ਇੱਕ ਨਾਰਥ ਪੋਲ ਹੈ ਬੇਟਾ, ਇੱਕ ਸਾਊਥ ਪੋਲ। ਇਹਦੇ ਬਿਲਕੁਲ ਜਸਟ ਨੀਅਰ ਬੇਟਾ ਮੈਂ ਕੋਈ ਆਇਰਨ ਦਾ, ਲੋਹੇ ਦਾ ਬੇਟਾ ਕੋਈ ਟੁਕੜਾ ਜਾਂ ਨੇਲ ਇਹਦੇ ਲਾਗੇ ਰੱਖਿਆ ਬੇਟਾ। ਇਹ ਨੇਲ ਬੇਟਾ ਇਹਦੇ ਨਾਲ ਅਟਰੈਕਟ ਹੋ ਗਿਆ, ਕਿਉਂਕਿ ਸਾਨੂੰ ਪਤਾ ਜਿਹੜੀ ਮੈਗਨੇਟ ਹੈ ਬੇਟਾ ਲੋਹੇ ਨੂੰ ਆਪਣੇ ਵੱਲ ਖਿੱਚਦੀ ਹੈ। ਇਹ ਬੇਟਾ ਇਹਦੇ ਵੱਲ ਅਟਰੈਕਟ ਹੋ ਗਿਆ। ਇਹਦਾ ਮਤਲਬ ਬੇਟਾ ਮੈਗਨੇਟ ਦਾ ਅਸਰ ਜਿਹੜਾ ਹੈ A ਪੁਆਇੰਟ ਤੱਕ ਹੈਗਾ। ਮੈਗਨੇਟ ਦਾ ਅਸਰ ਬੇਟਾ A ਪੁਆਇੰਟ ਤੱਕ ਹੈ। ਜੇ ਮੈਂ ਨੇਲ ਦੇ ਟੁਕੜੇ ਨੂੰ ਬੇਟਾ ਮੈਂ B ਪੁਆਇੰਟ ਤੇ ਰੱਖ ਦਿੰਦਾ ਹਾਂ, ਤੇ ਫਿਰ ਦੇਖਿਆ ਮੈਂ ਕਿ ਸਾਡੀ ਜਿਹੜੀ ਹੈ ਨੇਲ ਮੈਗਨੇਟ ਦੇ ਨਾਲ ਬੇਟਾ ਅਟਰੈਕਟ ਹੋ ਗਿਆ, ਇਹਦਾ ਮਤਲਬ ਕਿ ਮੈਗਨੇਟ ਦਾ ਅਸਰ ਬੇਟਾ B ਪੁਆਇੰਟ ਤੱਕ ਵੀ ਹੈ। ਤੇ ਜਸਟ ਬੇਟਾ ਥੋੜਾ ਜਿਹਾ ਮੈਂ ਪਿਛਾਂਹ ਨੂੰ ਜਾਣਾ ਤੇ ਦੇਖਿਆ ਕਿ ਨੇਲ ਅਟਰੈਕਟ ਨਹੀਂ ਹੋਇਆ, ਇਹਦਾ ਮਤਲਬ ਵੱਧ ਤੋਂ ਵੱਧ ਮੈਗਨੇਟ ਦਾ ਅਸਰ ਬੇਟਾ ਇਸ B ਪੁਆਇੰਟ ਤੱਕ ਹੈ। ਤੇ ਬੇਟਾ ਇਸ B ਪੁਆਇੰਟ ਤੱਕ ਜਿਹੜਾ ਡਿਸਟੈਂਸ ਹੈ ਇਹਨੂੰ ਬੇਟਾ ਅਸੀਂ ਰੇਡੀਅਸ ਮੰਨ ਕੇ ਇੱਕ ਬੇਟਾ ਇੱਕ ਸਫੀਅਰ ਡਰਾ ਕਰਤਾ ਕੋਈ। ਇਹਦੇ ਅੰਦਰ ਬੇਟਾ ਜਿੱਥੇ ਮਰਜੀ ਤੁਸੀਂ ਨੇਲ ਰੱਖ ਲਿਓ ਕੋਈ ਵੀ, ਤੇ ਉਹ ਬੇਟਾ ਮੈਗਨੇਟ ਦੇ ਨਾਲ ਹਮੇਸ਼ਾ ਅਟਰੈਕਟ ਹੀ ਹੋਏਗਾ। ਤੇ ਬੇਟਾ ਆਹ ਜਿਹੜੀ ਸਪੇਸ ਹੈ ਜਿੱਥੋਂ ਤੱਕ ਨੇਲ ਦੇ ਉੱਤੇ ਮੈਗਨੇਟ ਦਾ ਅਸਰ ਦੇਖਿਆ ਜਾ ਸਕਦਾ ਹੈ, ਦਿਸ ਇਜ਼ ਕਾਲਡ ਫੀਲਡ। ਇਹਨੂੰ ਬੇਟਾ ਅਸੀਂ ਫੀਲਡ ਬੋਲਦੇ ਹਾਂ। ਤੇ ਜੇ ਆ ਮੈਗਨੇਟ ਦੀ ਗੱਲ ਹੋ ਰਹੀ ਹੈ ਬੇਟਾ, ਇਸ ਨੂੰ ਅਸੀਂ ਮੈਗਨੈਟਿਕ ਫੀਲਡ ਬੋਲਦੇ ਹਾਂ। ਫੀਲਡ ਬਣੇ ਬੇਟਾ ਜਸਟ ਇੱਕ ਸਪੇਸ ਹੈ ਜਿੱਥੋਂ ਤੱਕ ਇੱਕ ਬਾਡੀ ਦੂਸਰੀ ਬਾਡੀ ਦੇ ਉੱਪਰ ਫੋਰਸ ਅਪਲਾਈ ਕਰ ਸਕਦੀ ਹੈ। ਹਾਂਜੀ ਬੇਟਾ ਕਲੀਅਰ। ਸਿਮਿਲਰਲੀ ਆ ਤੇ ਮੈਗਨੈਟਿਕ ਫੀਲਡ ਬਾਰੇ ਗੱਲ ਕੀਤੀ ਹੈ। ਇਸ ਤਰ੍ਹਾਂ ਬੇਟਾ ਸਾਡੇ ਕੋਲ ਇਲੈਕਟ੍ਰਿਕ ਫੀਲਡ ਵੀ ਹੋਏਗਾ, ਉਹ ਚਾਰजेस ਦੀ ਬੇਟਾ ਸਟੱਡੀ ਦੇ ਵਿੱਚ ਕਰਾਂਗੇ। ਨਾਓ द थर्ड पॉइंट इज बेटा लॉ और प्रिंसिपल। बेटा यह बहुत ही इंपॉर्टेंट है। बेटा लॉ की चीज होती है बेटा जदों भी किसी ईवेंट की असी स्टडी करते हाँ, जदों ईवेंट की स्टडी की ते कुछ असी एक्सपैरीमेंट किए, जो एक्सपैरीमेंट दे बेटा साडे कोल रिजल्ट आए ने, उस रिजल्ट्स नू असी बेटा एक
ਸਟੇਟਮੈਂਟ ਦੇ ਰੂਪ ਦੇ ਵਿੱਚ ਬੇਟਾ ਅਸੀਂ ਲਿਖ ਦਿੰਦੇ ਆ, ਸਟੇਟਮੈਂਟ ਬਣਾ ਦਿੰਦੇ ਆ। ਜਿਸ ਤਰ੍ਹਾਂ ਬੇਟਾ ਨਿਊਟਨ ਦਾ ਫਸਟ ਲਾਅ ਹੈ, ਉਹ ਆਪਾਂ ਪੜ੍ਹਦੇ ਆ ਕਿ ਹਰ ਇੱਕ ਬਾਡੀ ਜਿਹੜੀ ਹੈ ਲਗਾਤਾਰ ਮੂਵ ਕਰਦੀ ਰਹੇਗੀ ਜਿੰਨਾ ਚਿਰ ਬਾਹਰੋਂ ਤੇ ਬੇਟਾ ਫੋਰਸ ਨਹੀਂ ਲੱਗਦੀ ਹੈ। ਤੁਸੀਂ 9th ਕਲਾਸ 'ਚ ਪੜ੍ਹਿਆ। ਜਦੋਂ ਕੋਈ ਸਟੱਡੀ ਕੀਤੀ ਗਈ, ਐਕਸਪੈਰੀਮੈਂਟ ਕੀਤੇ ਗਏ, ਐਕਸਪੈਰੀਮੈਂਟਲ ਬੇਟਾ ਜਿਹੜੇ ਸਾਡੇ ਰਿਜ਼ਲਟਸ ਆਏ ਨੇ ਉਹ ਹਰ ਵਾਰੀ ਬੇਟਾ ਸੇਮ ਆਉਂਦੇ ਨੇ। ਉਸ ਤੋਂ ਬਾਅਦ ਅਸੀਂ ਉਹਨਾਂ ਐਕਸਪੈਰੀਮੈਂਟਲ ਰਿਜ਼ਲਟਸ ਨੂੰ ਇੱਕ ਸਟੇਟਮੈਂਟ ਦੇ ਤੌਰ ਤੇ ਬੇਟਾ ਰਿਪਰੈਜ਼ੈਂਟ ਕਰ ਦਿੰਦੇ ਆ। ਐਂਡ ਦੈਟ ਸਮਰੀ ਆਫ ਸਟੇਟਮੈਂਟ ਇਜ਼ ਕਾਲਡ ਲਾਅ। ਬੇਟਾ ਉਹ ਸਾਡਾ ਲਾਅ ਬਣ ਜਾਂਦਾ ਹੈ। ਇਸ ਨੂੰ ਅਸੀਂ ਬੇਟਾ ਪ੍ਰਿੰਸੀਪਲ ਵੀ ਬੋਲਦੇ ਹਾਂ। ਜਿਸ ਤਰ੍ਹਾਂ ਬੇਟਾ ਨਿਊਟਨ ਲਾਅ ਆਫ ਗ੍ਰੈਵਿਟੇਸ਼ਨ, ਨਿਊਟਨਸ ਲਾਜ਼ ਆਫ ਮੋਸ਼ਨ, ਗੈਲੀਲੀਓ ਲਾਅ, ਆਰਕਮਡੀਸ ਪ੍ਰਿੰਸੀਪਲ। ਬੇਟਾ ਇਹ ਸਾਰੇ ਜਿਹੜੇ ਲਾਜ਼ ਨੇ, ਪਰ ਇਹਦੇ ਵਾਸਤੇ ਧਿਆਨ ਰੱਖਣਾ ਹੈ ਪਹਿਲਾਂ ਸਟੱਡੀ ਕਰਨੀ ਪੈਂਦੀ ਹੈ, ਉਸ ਤੋਂ ਬਾਅਦ ਬੇਟਾ ਉਹਨਾਂ ਨੂੰ ਐਕਸਪੈਰੀਮੈਂਟਲੀ ਵੈਰੀਫਾਈ ਕਰਨਾ ਪੈਂਦਾ ਹੈ, ਉਸ ਤੋਂ ਬਾਅਦ ਉਹਨੂੰ ਮੈਥੇਮੈਟਿਕਲੀ ਫਾਰਮ ਦੇ ਵਿੱਚ ਬੇਟਾ ਉਹਨੂੰ ਰਿਪਰੈਜ਼ੈਂਟ ਕਰਨਾ ਪੈਂਦਾ ਹੈ। ਦੈਨ ਸਾਡੇ ਕੋਲ ਬੇਟਾ ਲਾਅ ਬਣਦਾ ਹੈ। ਇੱਕ ਚੀਜ਼ ਮੈਂ ਤੁਹਾਨੂੰ ਬੇਟਾ ਦੱਸਣਾ ਚਾਹਾਂਗਾ, ਜਿਹੜਾ ਮੈਥ ਹੈ, ਮੈਥੇਮੈਟਿਕਸ, ਇਟ ਇਜ਼ ਦ ਲੈਂਗੁਏਜ ਆਫ ਫਿਜ਼ਿਕਸ। ਇਹ ਬੇਟਾ ਯਾਦ ਰੱਖਣਾ ਹੈ, ਮੈਥੇਮੈਟਿਕਸ ਇਜ਼ ਦ ਲੈਂਗੁਏਜ ਆਫ ਫਿਜ਼ਿਕਸ। ਫਿਜ਼ਿਕਸ ਦੇ ਜਿੰਨੇ ਵੀ ਲਾਜ਼ ਨੇ ਬੇਟਾ ਇਹਨੂੰ ਅਸੀਂ ਮੈਥੇਮੈਟਿਕਸ ਦੇ ਵਿੱਚ ਅਸੀਂ ਰਿਪਰੈਜ਼ੈਂਟ ਕਰਾਂਗੇ। ਜਿਹੜੇ ਲਾਜ਼ ਨੂੰ ਮੈਥੇਮੈਟਿਕਲੀ ਬੇਟਾ ਰਿਪਰੈਜ਼ੈਂਟ ਕਰਤਾ, ਇਕੁਏਸ਼ਨ ਦੇ ਰੂਪ ਚ ਬੇਟਾ ਬਣਾਤਾ, ਉਹ ਵਾਲਾ ਜਿਹੜਾ ਬੇਟਾ ਤੁਹਾਡਾ ਲਾਅ ਬਣ ਜਾਂਦਾ ਹੈ। ਕਿਉਂਕਿ ਬੇਟਾ ਇਕੁਏਸ਼ਨਸ ਜਿਹੜੀਆਂ ਹੁੰਦੀਆਂ ਨੇ ਲੈਫਟ ਸਾਈਡ ਰਾਈਟ ਸਾਈਡ ਆਪਾਂ ਨਿਕਾਲਦੇ ਹਾਂ, ਇਕੁਏਸ਼ਨ ਮੈਨੇ ਇਕੁਅਲ, ਉਹ ਸਾਡਾ ਬੇਟਾ ਇੱਕ ਪੱਕਾ ਹੀ ਲਾਅ ਬਣ ਜਾਂਦਾ ਹੈ। ਇਸ ਲਈ ਬੇਟਾ ਸਾਨੂੰ ਬਹੁਤ ਜ਼ਰੂਰੀ ਹੈ ਫਿਜ਼ਿਕਸ ਦੇ ਸਬਜੈਕਟ ਦੇ ਨਾਲ ਨਾਲ ਬੇਟਾ ਅਸੀਂ ਸਿੰਪਲ ਮੈਥੇਮੈਟਿਕਸ ਵੱਲ ਵੀ ਥੋੜਾ ਧਿਆਨ ਦੇਣਾ ਹੈ। ਮੈਂ ਆ ਨਹੀਂ ਕਹਿ ਰਿਹਾ ਕਿ ਬੇਟਾ ਜਿਹੜਾ +1 ਦਾ ਜਿਹੜਾ ਪੂਰਾ ਮੈਥ ਪੜਾਂਗੇ, ਜਿੰਨੀ ਕੁ ਸਾਨੂੰ ਲੋੜ ਹੈ, ਜਿਹੜੇ ਕਨਸੈਪਟਸ ਹੋਣਗੇ ਸਾਡੇ ਮੈਥੇਮੈਟਿਕਸ ਦੇ, ਜਿਹੜੇ ਆਪਾਂ ਨੂੰ ਬੇਟਾ ਫਿਜ਼ਿਕਸ ਵਿੱਚ ਯੂਜ਼ ਕਰਾਂਗੇ, ਉਹ ਮੈਂ ਨੈਕਸਟ ਲੈਕਚਰ ਦੇ ਵਿੱਚ ਅਸੀਂ ਮੈਥੇਮੈਟਿਕਲੀ ਟੂਲ ਪੜਾਂਗੇ। ਮੈਥੇਮੈਟਿਕਲ ਟੂਲਸ ਉਹ ਬੇਟਾ ਸਾਡੇ ਹਥਿਆਰ ਹੋਣਗੇ। ਜਿਸ ਤਰ੍ਹਾਂ ਬੇਟਾ ਕੋਈ ਮਿਸਤਰੀ ਕੰਮ ਕਰਨ ਆਇਆ ਲੱਕੜ ਦਾ, ਤੇ ਬੇਟਾ ਜਦੋਂ ਕੋਈ ਆਰੀ ਨਹੀਂ ਹੈਗੀ, ਹਥੌੜੀ ਨਹੀਂ ਹੈ, ਤੇ ਬੇਟਾ ਉਹਨੇ ਅੱਗੇ ਆਪਣਾ ਕੰਮ ਨਹੀਂ ਕਰ ਸਕਦਾ। ਇਸ ਲਈ ਫਿਜ਼ਿਕਸ ਨੂੰ ਚੰਗੇ ਤਰੀਕੇ ਨਾਲ ਬੇਟਾ ਸਮਝਣ ਵਾਸਤੇ ਕੁਝ ਮੈਥੇਮੈਟਿਕਲ ਟੂਲਸ ਨੇ, ਜਿਨ੍ਹਾਂ ਵਿੱਚ ਬਹੁਤ ਸਾਰੇ ਬੇਟਾ ਤੁਸੀਂ ਆਲਰੇਡੀ ਪੜ੍ਹੇ ਹੋਏ ਨੇ, ਟ੍ਰਿਗੋਨੋਮੈਟਰੀ, ਕੁਆਡਰੇਟਿਕ ਇਕੁਏਸ਼ਨ ਐਟਸੈਟਰਾ। ਅਸੀਂ ਬੇਟਾ ਦੁਬਾਰਾ ਜਿਹੜਾ ਹੈ ਉਹ ਨੈਕਸਟ ਲੈਕਚਰ ਵਿੱਚ ਆਪਾਂ ਪੜਾਂਗੇ। ਪਰ ਧਿਆਨ ਰੱਖਣਾ ਹੈ ਕਿ ਮੈਥੇਮੈਟਿਕਸ ਇਜ਼ ਦ ਲੈਂਗੁਏਜ ਆਫ ਫਿਜ਼ਿਕਸ। ਨਾउ the third point is theory. बेटा theory भी just a framework of idea. बेटा जेड़े असी आइडिया लभे ਉਹਨੂੰ बेटा प्रैक्टिकली वेरीफाई किया। कई बारी आइडिया बेटा साडे फेल हो जाते हैं, उस तो बाद असी दोबारा उन्होंने एक्सपैरीमेंट करते हैं, बाद चो एक बेटा एक सिंपल एक्सप्लेनेशन के नाल उन्होंने आपां बेटा एक्सप्लेन कर देंगे हैं। वो साडी बेटा बाद विचों एक थ्योरी बन जाती है। नाउ थ्योरी इज जस्ट फ्रेमवर्क ऑफ आइडिया। वो सारे बेटा आइडियाज नूं कलैक्टिवली रहीदा है। कई बारी आइडिया बेटा फेल होंदे ने, कई बार उन्होंने आपां डिसकनैक्ट करते हैं, बाद चो फिर दोबारा बेटा उन्होंने काम करते हैं, उस तो बाद बेटा वो साडी वो थ्योरी बन जाती। नाउ नैक्सट वर्ड इज हाइपोथेसिस। बेटा हाइपोथेसिस भी साडा आइडिया है, पर बेटा ਇਹਦੇ ਵਿੱਚ ਹਾਲੇ ਇਹਨੂੰ ਐਕਸਪੈਰੀਮੈਂਟਲੀ ਵੈਰੀਫਾਈ ਨਹੀਂ ਕੀਤਾ ਹੁੰਦਾ। ਇਹਨਾਂ ਵਿੱਚ ਬੇਟਾ ਐਕਸਪੈਰੀਮੈਂਟਲੀ ਵੈਰੀਫਾਈ ਕਰ ਲਿਆ ਹੁੰਦਾ ਹੈ ਕਿ ਜਦੋਂ ਕਿਸੇ ਚੀਜ਼ ਨੂੰ, ਕਿਸੇ ਕਨਸੈਪਟ ਨੂੰ ਐਕਸਪੈਰੀਮੈਂਟਲੀ ਵੈਰੀਫਾਈ ਕਰ ਲਈਏ, ਉਹ ਬੇਟਾ ਤੁਹਾਡਾ ਲੌਸ ਤੇ ਥਿਊਰੀ ਹੋ ਗਈ। ਤੇ ਜੇ ਹਾਲੇ ਬੇਟਾ ਉਹ ਕਨਸੈਪਟ ਹੀ ਹੈ, ਪਰ ਉਹਨੂੰ ਹਾਲੇ ਐਕਸਪੈਰੀਮੈਂਟਲੀ ਬੇਟਾ ਹਾਲੇ ਵੈਰੀਫਾਈ ਕਰਨਾ ਬਾਕੀ ਹੈ, ਉਹਨੂੰ ਟੈਸਟ ਕਰਨਾ ਬਾਕੀ ਹੈ, then it is just a hypothesis। ਹਾਂਜੀ ਬੇਟਾ ਕਲੀਅਰ। ਅਸੀਂ ਕੈਮਿਸਟਰੀ ਵਿੱਚ ਬੇਟਾ ਪੜਾਂਗੇ ਐਵੋਗੈਡਰੋ ਹਾਈਪੋਥेसिस, ਐਵੋਗੈਡਰੋ ਲਾਅ। ਪਹਿਲਾਂ ਬੇਟਾ ਕਾਫੀ ਚਿਰ ਤੱਕ ਉਹ ਹਾਈਪੋਥेसिस ਸੀਗਾ, ਹੁਣ ਉਹ ਲਾਅ ਬਣ ਗਿਆ। ਨਾਓ ਇੱਕ ਵਰਡ ਬੇਟਾ ਹੋਰ ਹੈ, that is fact। ਫੈਕਟ ਕੀ ਚੀਜ਼ ਹੈ ਬੇਟਾ? ਜਦੋਂ ਅਸੀਂ ਕੋਈ ਐਕਸਪੈਰੀਮੈਂਟ ਕਰਾਂਗੇ, ਐਕਸਪੈਰੀਮੈਂਟ ਦਾ ਕੋਈ ਨਾ ਕੋਈ ਬੇਟਾ ਰਿਜ਼ਲਟ ਆਇਆ, ਜੇ ਦੁਬਾਰਾ ਐਕਸਪੈਰੀਮੈਂਟ ਕਰੀਏ ਤੇ ਬੇਟਾ ਰਿਜ਼ਲਟ ਸੇਮ ਆਉਂਦਾ ਹੈ, फिर दोबारा एक्सपैरीमेंट करते हैं इसे नूं बेटा रिजल्ट फिर दोबारा सेम आता है। ਇਹਦਾ मतलब है कि रिजल्ट सेम आ रहा है बार बार, डैट बिकम फैक्ट, कि आ चीज पक्की हो गई कि आ चीज गलत नहीं है, वो बेटा तत्थ बन जाता साडा, डैट इज कॉल्ड फैक्ट। हाँ जी बेटा क्लीयर। ये सारे आपां ਜਿਹੜੇ ਆ पॉइंट्स लाइन से डिस्कस किए कि साडा पहला पॉइंट इंटरैक्शन सीगा, दूसरा पॉइंट असीं बेटा फील्ड पढ़िया, स्पेस,
फिर लॉज की चीज है, इस तो बाद बेटा थ्योरी, हाइपोथेसिस, तो बेटा ਅਸੀਂ ਇਹਦੇ ਬਾਰੇ ਪੜਿਆ ਕਿ ਫੈਕਟ ਕੀ ਹੈ। ਨਾਓ बेटा ਅਸੀਂ ਜਿਹੜੀ ਫਿਜ਼ਿਕਸ ਦੀ ਜਿਹੜਾ ਸਿਲੇਬਸ ਹੈ, ਜੋ ਜੋ ਅਸੀਂ बेटा ਪੜ੍ਹਨਾ ਹੈ, ਇਹਦਾ ਕੀ ਸਕੋਪ ਹੈ, ਅਸੀਂ बेटा ਇਸ ਫਿਜ਼ਿਕਸ ਨੂੰ ਵੱਖਰੇ ਬ੍ਰਾਂਚਿਸ ਵਿੱਚ बेटा ਡਿਵਾਈਡ ਕਰ ਦਿੱਤਾ ਹੈ। ਡੈਟ ਇਜ਼ ਕਾਲਡ ਸਕੋਪ ਆਫ ਫਿਜ਼ਿਕਸ। ਕਿਹੜੀ ਬ੍ਰਾਂਚ ਦੇ ਵਿੱਚ ਕੀ ਕੀ ਆਪਾਂ बेटा ਸਟੱਡੀ ਕਰਾਂਗੇ, ਆਓ ਉਹਦੇ ਬਾਰੇ ਦੇਖਦੇ ਹਾਂ। ਨੰਬਰ 1 ਇਜ਼ ਮਕੈਨਿਕਸ। ਮਕੈਨਿਕ बेटा ਬ੍ਰਾਂਚ ਹੈ ਫਿਜ਼ਿਕਸ ਦੀ, ਜਿਹਦੇ ਵਿੱਚ बेटा ਅਸੀਂ ਸਟੱਡੀ ਕਰਾਂਗੇ ਮੋਸ਼ਨ ਦੀ। ਕੋਈ ਬਾਡੀ ਰੈਸਟ ਵਿੱਚ ਪਈ ਹੈ ਉਹਦੀ ਸਟੱਡੀ ਕਰਾਂਗੇ, ਫੋਰਸਿਸ ਦੀ ਸਟੱਡੀ ਕਰਾਂਗੇ, ਵੈਲੋਸਿਟੀ, ਸਪੀਡ, ਇਹਦੇ ਬਾਰੇ बेटा ਸਾਰਾ ਅਸੀਂ ਸਟੱਡੀ ਕਰਾਂਗੇ ਬ੍ਰਾਂਚ ਮਕੈਨਿਕਸ 'ਚ। बेटा ਇਹ 'ਚ ਕੀ ਸਟੱਡੀ ਕਰ ਸਕਦੇ ਹਾਂ? ਅਸੀਂ ਇਹੀ ਸਟੱਡੀ ਕਰ ਸਕਦੇ ਹਾਂ ਕਿ ਜੇ ਮੇਰੇ ਕੋਲ बेटा ਚੌਕ ਹੈ, ਕੋਈ ਆਬਜੈਕਟ ਇੱਥੇ ਪਈ ਹੈ, ਤੇ बेटा ਰੈਸਟ ਵਿੱਚ ਕਿਉਂ ਹੈ, ਇਹ ਮੋਸ਼ਨ 'ਚ ਕਿਉਂ ਨਹੀਂ ਆ ਰਹੀ? ਤੇ ਜੇਕਰ ਕੋਈ ਬਾਡੀ ਜਿਹੜੀ ਚਲਦੀ ਚਲਦੀ ਰੁਕ ਗਈ ਤਾਂ ਅਸੀਂ ਸੋਚਾਂਗੇ ਕਿ ਰੁਕੀ ਕਿਉਂ, ਇਹਦੇ ਉੱਪਰ ਕੋਈ ਫੋਰਸ ਤੇ ਨਹੀਂ ਲੱਗੀ। ਕੋਈ ਬਾਡੀ ਜਿਹੜੀ ਹੈ ਮੂਵ ਕਰ ਰਹੀ ਹੈ, ਉਹ ਕਿੰਨੇ ਟਾਈਮ 'ਚ ਕਿੰਨਾ ਡਿਸਟੈਂਸ ਕਵਰ ਕਰੇਗੀ, ਠੀਕ ਹੈ, ਉਹਦੀ ਸਪੀਡ ਕਿੰਨੀ ਹੋਏਗੀ, ਕਿਸ ਡਾਇਰੈਕਸ਼ਨ 'ਚ ਮੂਵ ਕਰੇਗੀ, ਉਹਦੇ ਉੱਪਰ ਕਿੰਨੀ ਐਕਸਟਰਨਲ ਫੋਰਸ ਲੱਗ ਰਹੀ ਹੈ। बेटा ਇਹ ਸਾਰਾ ਕੁਝ ਅਸੀਂ ਇਸ ਬ੍ਰਾਂਚ ਵਿੱਚ ਸਟੱਡੀ ਕਰਾਂਗੇ ਡਿਟੇਲ ਦੇ ਵਿੱਚ। ਇਹ ਸਾਡਾ बेटा ਜਿਹੜਾ ਤੀਸਰਾ ਜਿਹੜਾ ਯੂਨਿਟ ਹੋਏਗਾ ਮਕੈਨਿਕਸ। ਹਾਂਜੀ बेटा ਕਲੀਅਰ। ਨਾਓ ਦਾ ਸੈਕੰਡ ਟਰਮ ਇਜ਼ ਥਰਮੋਡਾਇਨਾਮਿਕਸ। बेटा ਥਰਮੋ ਹੀਟ ਤੋਂ ਬਣਿਆ, ਡਾਇਨਾਮਿਕਸ ਮੋਸ਼ਨ। बेटा ਥਰਮੋਡਾਇਨਾਮਿਕਸ ਇੱਕ ਬ੍ਰਾਂਚ ਹੈ ਫਿਜ਼ਿਕਸ ਦੀ, ਇਹਦੇ ਵਿੱਚ ਅਸੀਂ ਡੀਲ ਕਰਾਂਗੇ ਹੀਟ ਬਾਰੇ, ਟੈਂਪਰੇਚਰ ਬਾਰੇ। ਜਿਸ ਤਰ੍ਹਾਂ ਮੈਂ ਹੁਣੇ ਗੱਲ ਕੀਤੀ ਸੀ बेटा ਜਦੋਂ ਅਸੀਂ ਹੈਂਡ ਰਬ ਕਰਦੇ ਹਾਂ ਤਾਂ बेटा ਹੀਟ ਕਿੱਥੋਂ ਆ ਗਈ, ਇਹਦੀ ਜਿਹੜੀ ਸਾਰੀ ਸਟੱਡੀ ਜਿਹੜੀ ਹੈ ਉਹ ਸਾਡੇ ਕੋਲ बेटा ਥਰਮੋਡਾਇਨਾਮਿਕਸ ਦੇ ਵਿੱਚ ਆਏਗੀ। ਹੀਟ ਕਿਸ ਤਰ੍ਹਾਂ ਟ੍ਰਾਂਸਫਰ ਹੁੰਦੀ ਹੈ, ਹੀਟ ਹਾਈ ਟੈਂਪਰੇਚਰ ਤੋਂ ਲੋ ਟੈਂਪਰੇਚਰ ਕਿਸ ਤਰ੍ਹਾਂ ਜਾਂਦੀ ਹੈ, ਕਿਹੜੇ ਕਿਹੜੇ ਲਾਜ਼ ਨੇ ਥਰਮੋਡਾਇਨਾਮਿਕਸ ਦੇ बेटा ਉਹ ਸਾਰਾ ਕੁਝ ਅਸੀਂ ਸਟੱਡੀ ਕਰਾਂਗੇ। ਉਹ ਬ੍ਰਾਂਚ ਆਏਗੀ ਸਾਡੀ बेटा ਥਰਮੋਡਾਇਨਾਮਿਕਸ। ਨਾਓ ਦਾ ਥਰਡ ਬ੍ਰਾਂਚ ਇਲੈਕਟ੍ਰਿਸਿਟੀ ਐਂਡ ਮੈਗਨੇਟਿਜ਼ਮ। बेटा ਚਾਰजेस ਦੀ ਸਟੱਡੀ, ਪੋਜ਼ਿਟਿਵ ਚਾਰਜ, ਨੈਗੇਟਿਵ ਚਾਰਜ, ਉਹਦੀ ਸਟੱਡੀ। ਜਦੋਂ ਚਾਰਜ ਮੋਸ਼ਨ 'ਚ ਹੁੰਦਾ ਹੈ ਉਦੋਂ ਕਰੰਟ ਪੈਦਾ ਹੁੰਦਾ ਹੈ, ਠੀਕ ਹੈ, ਉਹਦੀ ਜਿਹੜੀ ਸਟੱਡੀ ਹੈ ਕੂਲਮ ਲਾਅ, ਉਹ बेटा ਸਟੱਡੀ ਸਾਡੀ ਇਲੈਕਟ੍ਰਿਸਿਟੀ ਹੈ, ਕਰੰਟ ਕਿਸ ਤਰ੍ਹਾਂ ਪੈਦਾ ਹੁੰਦਾ ਹੈ, ਰੈਜ਼ਿਸਟੈਂਸ ਕੀ ਹੈ, that is electricity. And magnetism is the study of magnets. Magnetic field ਦੀ बेटा ਸਟੱਡੀ ਹੈ। ਮੈਗਨੈਟਿਕ ਫੀਲਡ ਪੈਦਾ ਕਰਨਾ ਹੋਵੇ ਤੇ ਸਾਨੂੰ बेटा ਪਹਿਲਾਂ ਇੱਕ ਮੈਗਨੇਟ ਚਾਹੀਦੀ ਹੈ। ਜੇ ਸਾਡੇ ਕੋਲ ਮੈਗਨੇਟ ਨਹੀਂ ਵੀ ਹੈ ਤੇ बेटा ਅਸੀਂ ਤਾਂ ਵੀ ਮੈਗਨੈਟਿਕ ਫੀਲਡ ਪੈਦਾ ਕਰ ਸਕਦੇ ਹਾਂ ਵਿਦ ਦਾ ਹੈਲਪ ਆਫ ਅ ਕਰੰਟ ਕੈਰਿੰਗ ਵਾਇਰ। ਇਹ बेटा ਤੁਸੀਂ 10th ਕਲਾਸ 'ਚ ਪੜ੍ਹਿਆ, ਜਦੋਂ ਵੀ ਵਾਇਰ ਵਿੱਚੋਂ ਕਰੰਟ ਪਾਸ ਕਰਦੇ ਹੋ ਤੇ बेटा ਉਹਦੇ ਆਲੇ ਦੁਆਲੇ ਮੈਗਨੈਟਿਕ ਫੀਲਡ ਜਿਹੜਾ ਹੈ ਕ੍ਰੀਏਟ ਹੁੰਦਾ ਹੈ, ਤੇ ਜਿਹੜੀ ਉਹ ਚੁੰਬਕੀ ਸੂਈ ਸੀ बेटा ਜਿਹੜੀ ਕੰਪਾਸ ਸੀ ਉਹ ਡਿਫਲੈਕਟ ਹੋ ਜਾਂਦੀ ਹੈ। ਹਾਂਜੀ बेटा ਕਲੀਅਰ। ਇਹਦੇ ਵਿੱਚ बेटा ਸਟੱਡੀ ਕਰਾਂਗੇ ਮੈਗਨੈਟਿਕ ਫੀਲਡ ਦੀ, ਇਹਦੇ ਵਿੱਚ ਅਸੀਂ ਚਾਰजेस ਦੀ ਸਟੱਡੀ ਕਰਾਂਗੇ। ਨਾਓ ਦਾ ਨੈਕਸਟ ਪੁਆਇੰਟ ਇਜ਼ ਆਪਟਿਕਸ। बेटा ਇਟ ਇਜ਼ ਅ ਸਟੱਡੀ ਆਫ ਲਾਈਟ। ਲਾਈਟ ਦੀ ਸਟੱਡੀ, ਇਹ ਲਾਈਟ ਕਿਸ ਚੀਜ਼ ਦੀ ਬਣਦੀ ਹੈ, ਲਾਈਟ ਦੀ ਥਿਊਰੀ, ਰਿਫਲੈਕਸ਼ਨ ਆਫ ਲਾਈਟ, propagation of light, refraction of light, diffraction of light, interference of light, polarization of light, so many बेटा ਜਿਹੜੀਆਂ branches ਨੇ ਲਾਈਟ ਦੀਆਂ ਸਾਰੀਆਂ बेटा ਅਸੀਂ ਇਸ ਟੌਪਿਕ ਵਿੱਚ ਆਪਾਂ ਡਿਸਕਸ ਕਰਾਂਗੇ ਜਿਸ ਦਾ ਨਾਮ ਹੈ ਆਪਟਿਕਸ। ਕਈ ਵਾਰੀ बेटा ਇਹ ਤੁਸੀਂ ਨਾਮ ਆਮ ਬਾਰ बेटा ਸ਼ਾਪਸ ਜਿਹੜੀਆਂ ਹੁੰਦੀਆਂ बेटा ਜਿਹੜੀਆਂ ਸਪੈਕਸ ਵਾਲੀਆਂ ਸ਼ਾਪਸ ਨੇ ਉਹਦੇ ਬਾਹਰ ਲਿਖਿਆ ਹੁੰਦਾ ਆਪਟਿਕਸ ਲਿਖਿਆ ਹੁੰਦਾ, ਕਿਉਂਕਿ ਉਹ ਲਾਈਟ ਦੇ ਨਾਲ बेटा ਉਹ ਡੀਲ ਕਰਦੀ ਹੈ। ਨਾਓ ਦਾ ਨੈਕਸਟ ਜਿਹੜਾ बेटा ਬ੍ਰਾਂਚ ਹੈ ਸਾਊਂਡ ਅਕੋਸਟਿਕ। ਇਹਦੇ ਵਿੱਚ बेटा ਆਪਾਂ ਪ੍ਰੋਪੇਗੇਸ਼ਨ ਆਫ ਸਾਊਂਡ, ਵੇਵਸ, ਟਰਾਂਸਵਰਸ ਵੇਵਸ, ਲੌਂਗੀਟਿਊਡਨਲ ਵੇਵਸ ਵਗੈਰਾ बेटा ਅਸੀਂ ਸਾਊਂਡ ਬਾਰੇ, ਸਪੀਚ ਬਾਰੇ, ਮਿਊਜ਼ਿਕ ਬਾਰੇ, ਨੋਇਸ ਬਾਰੇ बेटा ਇਹਦੇ ਵਿੱਚ ਅਸੀਂ ਸਾਰਾ ਡਿਟੇਲ ਦੇ ਵਿੱਚ ਸਟੱਡੀ ਕਰਾਂਗੇ। ਨਾਓ ਦਾ ਲਾਸਟ ਵਨ ਇਜ਼ ਦਾ ਮਾਡਰਨ ਫਿਜ਼ਿਕਸ। बेटा ਅੱਜ ਕੱਲ ਜਿਹੜਾ 1900 ਤੋਂ ਬਾਅਦ ਜੋ ਕੁਝ ਨਵੀਂ ਇੰਪਰੂਵਮੈਂਟ ਆ ਰਹੀ ਹੈ बेटा ਫਿਜ਼ਿਕਸ ਦੇ ਵਿੱਚ, ਜੋ ਐਡਵਾਂਸਮੈਂਟ ਆ ਰਹੀ ਹੈ, ਜੋ ਚੀਜ਼ਾਂ ਅਸੀਂ ਬਾਅਦ ਨਵੀਆਂ ਪੜ੍ਹਦੇ ਪਏ ਹਾਂ बेटा ਉਹ ਸਾਰਾ ਕੁਝ ਤੁਹਾਡਾ ਜਿਹੜਾ ਹੈ ਮਾਡਰਨ ਫਿਜ਼ਿਕਸ 'ਚ ਆਏਗਾ। ਇਹਦੇ ਵਿੱਚ बेटा ਜਿਹੜੀ ਲੇਜ਼ਰ ਥੈਰੇਪੀ ਦੇਖੋ ਸੁਣੀ, ਲੇਜ਼ਰ ਬਾਰੇ ਪੜ੍ਹਿਆ, ਇਹ ਸਾਰਾ ਕੰਮ बेटा ਇਹ ਮਾਡਰਨ ਫਿਜ਼ਿਕਸ ਦਾ ਕੰਮ ਹੈ। ਹਾਂਜੀ बेटा ਕਲੀਅਰ। ਨਾਓ ਦਾ ਨੈਕਸਟ ਟੌਪਿਕ
is technology and physics. ਟੈਕਨੋਲੋਜੀ ਤੇ ਬੇਟਾ ਫਿਜ਼ਿਕਸ ਦੇ ਵਿੱਚ ਕੀ ਰਿਲੇਸ਼ਨ ਹੈ? ਬੇਟਾ ਫਿਜ਼ਿਕਸ ਦੀ ਸਟੱਡੀ ਕੀਤੀ, ਉਹਦੇ ਵਿੱਚ ਅਸੀਂ ਬਹੁਤ ਜ਼ਿਆਦਾ ਨੌਲੇਜ ਗੇਨ ਕੀਤੀ। ਉਹਦੇ ਸਾਨੂੰ ਪਤਾ ਲੱਗ ਗਿਆ ਵੀ ਇਹ ਲਾਜ਼ ਨੇ, ਯੂਨੀਵਰਸ ਨੂੰ, ਨੇਚਰ ਨੂੰ ਬੇਟਾ ਅਸੀਂ ਉਹਦੀ ਮਿਸਟਰੀ ਨੂੰ ਹੱਲ ਕੀਤਾ। ਜੋ ਜੋ ਨੇਚਰ ਵਿੱਚ ਵਾਪਰਦਾ ਹੈ ਆਪਾਂ ਉਹਦੇ ਬਾਰੇ, ਕਿਉਂ ਵਾਪਰਦਾ ਹੈ ਬੇਟਾ, ਉਹਦੀ ਨੇਚਰ, ਉਹਦੇ ਲਾਜ਼ ਲੱਭੇ। ਹੁਣ ਜਿਹੜੇ ਲਾਜ਼ ਜਿਹੜੇ ਨੇ ਬੇਟਾ ਲੱਭ ਲਏ ਨੇ, ਉਹਦੀ ਹੁਣ ਬੇਟਾ ਸਾਨੂੰ ਪ੍ਰੈਕਟੀਕਲ ਐਪਲੀਕੇਸ਼ਨ ਚਾਹੀਦੀ ਹੈ। ਉਹ ਅਸੀਂ ਪ੍ਰੈਕਟੀਕਲੀ ਉਹਨੂੰ ਗਾਂ ਬੇਟਾ ਅਪਲਾਈ ਕਰਨਾ ਹੈ ਕਿ ਤਾਂ ਜੋ ਸਾਡੀ ਜਿਹੜੀ ਹੈ ਟੈਕਨੋਲੋਜੀ ਐਡਵਾਂਸ ਹੋਵੇ। ਹਾਂਜੀ ਬੇਟਾ ਕਲੀਅਰ? ਜਿਹੜੀ ਨੌਲੇਜ ਅਸੀਂ ਬੇਟਾ ਗੇਨ ਕੀਤੀ ਸਾਡੇ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ। ਜਿੰਨਾ ਚਿਰ ਬੇਟਾ ਉਹਦਾ ਪ੍ਰੈਕਟੀਕਲ ਯੂਜ਼ ਨਹੀਂ ਹੈ ਤੇ ਬੇਟਾ ਫਿਰ ਉਸ ਨੌਲੇਜ ਦਾ ਫਾਇਦਾ ਕੀ ਹੈ? ਹੁਣ ਬੇਟਾ ਦੇਖੋ, ਅਸੀਂ ਚੰਦਰਮਾ ਤੱਕ ਪਹੁੰਚ ਗਏ। ਬੇਟਾ ਚੰਦਰਮਾ ਤੱਕ ਜਿਹੜਾ ਇਨਸਾਨ ਪਹੁੰਚ ਗਿਆ ਉਹ ਕਿਹਦੇ ਥਰੂ ਗਿਆ ਬੇਟਾ? ਰਾਕਟ ਬਣ ਗਏ, ਸੈਟੇਲਾਈਟ ਬੇਟਾ ਬਣ ਚੁੱਕੇ ਨੇ। ਇਹ ਸਾਰੇ ਦੀ ਸਾਰੀ ਬੇਟਾ ਜਿਹੜੀ ਹੈ ਕਿ ਟੈਕਨੋਲੋਜੀ ਵਧੀ, ਇਹਦੇ ਮਗਰ ਬੇਟਾ ਮੇਨ ਫਿਜ਼ਿਕਸ ਦਾ ਹੀ ਬੇਟਾ ਸਾਰਾ ਹੱਥ ਹੈ। ਫਿਜ਼ਿਕਸ ਨੂੰ ਬੇਟਾ ਅਸੀਂ ਦੋ ਪਾਰਟਸ ਵਿੱਚ ਵੰਡ ਦਿੰਦੇ ਆ। ਇੱਕ ਹੁੰਦਾ ਬੇਟਾ ਪਿਓਰ ਫਿਜ਼ਿਕਸ, ਇੱਕ ਹੁੰਦੀ ਹੈ ਪਿਓਰ ਫਿਜ਼ਿਕਸ, ਇੱਕ ਹੁੰਦਾ ਬੇਟਾ ਸਾਡੇ ਕੋਲ ਦੂਸਰਾ ਪਾਰਟ ਇਹਦਾ ਅਪਲਾਈਡ ਫਿਜ਼ਿਕਸ। ਪਿਓਰ ਫਿਜ਼ਿਕਸ ਦੇ ਵਿੱਚ ਅਸੀਂ ਇਹਦੇ ਬੇਟਾ ਲਾਜ਼, ਨੌਲੇਜ ਜਿਹੜੀ ਹੈ ਗੇਨ ਕਰਦੇ ਹਾਂ, ਤੇ ਅਪਲਾਈਡ ਫਿਜ਼ਿਕਸ ਜਿਹੜੀ ਹੈ ਇਹਨਾਂ ਲਾਜ਼ ਨੂੰ ਅੱਗੇ ਬੇਟਾ ਪ੍ਰੈਕਟੀਕਲੀ ਅਪਲਾਈ ਕੀਤਾ ਜਾਂਦਾ ਹੈ ਤੇ ਸਾਡੇ ਹਿਊਮਨ ਬੀਇੰਗ ਲਈ, ਮੈਨਕਾਈਂਡ ਲਈ ਕੋਈ ਇਹਦਾ ਕੀ ਫਾਇਦਾ ਹੋਏਗਾ, ਉਹਦੇ ਵਾਸਤੇ ਬੇਟਾ ਟੈਕਨੋਲੋਜੀ ਨੂੰ ਵਧਾਉਣ ਵਾਸਤੇ ਫਿਜ਼ਿਕਸ ਦਾ ਜਿਹੜਾ ਉਹ ਐਪਲੀਕੇਸ਼ਨ, ਉਹ ਬੇਟਾ ਬ੍ਰਾਂਚ ਜਿਹੜੀ ਹੈ ਉਹ ਅਪਲਾਈਡ ਫਿਜ਼ਿਕਸ ਦੀ ਹੈ। ਬੇਟਾ ਇੰਡਸਟਰੀ, ਇੰਨੀ ਇੰਡਸਟਰੀ ਸਾਡੀ ਬੇਟਾ ਐਡਵਾਂਸ ਹੋ ਗਈ, ਲੇਕਿਨ ਬੇਟਾ ਉਹਦੀ ਇੰਡਸਟਰੀ ਦੀ ਸਾਰੀ ਜਿਹੜੀ ਬੈਕ ਬੋਨ ਹੈ ਨਾ ਉਹ ਬੇਟਾ ਇਲੈਕਟ੍ਰਿਸਿਟੀ ਹੈ। ਜੇ ਇਲੈਕਟ੍ਰਿਸਿਟੀ ਨਾ ਆਪਾਂ ਡਿਸਕਵਰ ਕਰਦੇ, ਓਮਸ ਲਾਅ ਦੇ ਅਕੋਰਡਿੰਗ ਅਸੀਂ ਗਾਂ ਤੁਰੇ ਗਏ, ਫੈਰਾਡੇ ਲਾਜ਼ ਆ ਗਏ, ਇਲੈਕਟ੍ਰਿਸਿਟੀ ਦੇ ਨਾਲ ਬੇਟਾ ਦੇਖੋ ਅੱਗੇ ਕਿੰਨੀ ਐਡਵਾਂਸਮੈਂਟ ਹੋਈ, ਕਿੰਨੀ ਸਾਡੀ ਇੰਡਸਟਰੀ ਚੱਲਦੀ ਪਈ ਹੈ। ਇਹਦਾ ਮਤਲਬ ਜਿਉਂ-ਜਿਉਂ ਬੇਟਾ ਅਸੀਂ ਫਿਜ਼ਿਕਸ ਪੜ੍ਹਦੇ ਗਏ, ਬਾਅਦ ਚੋਂ ਉਹਦੇ ਨਾਲ ਅਸੀਂ ਜਦੋਂ ਪ੍ਰੈਕਟੀਕਲੀ ਯੂਜ਼ ਕੀਤਾ ਤੇ ਸਾਡੇ ਕੋਲ ਜਿਹੜਾ ਹੈ ਉਹਦੀ ਨਾਲ ਸਾਡੀ ਟੈਕਨੋਲੋਜੀ ਜਿਹੜੀ ਹੈ ਉਹਦੀ ਐਡਵਾਂਸਮੈਂਟ ਹੁੰਦੀ ਗਈ। ਹਾਂਜੀ ਬੇਟਾ, ਇਸ ਤੱਕ ਤੁਹਾਨੂੰ ਲੱਗਦਾ ਹੈ ਬੇਟਾ ਕਲੀਅਰ ਹੋ ਗਿਆ ਹੋਵੇਗਾ ਕਿ ਫਿਜ਼ਿਕਸ ਹੈ ਕੀ ਹੈ। ਸਾਰੀ ਜਿਹੜੀ ਮੇਰਾ ਨੇਚਰ ਨੂੰ ਅਸੀਂ ਜਿਹੜਾ ਹੈ ਉਹ ਰਿਵੀਲ ਕਰਨਾ ਹੈ। ਤੇ ਬੇਟਾ ਇਹ ਬਹੁਤ ਹੀ ਇੱਕ ਇੰਟਰਸਟਿੰਗ ਸਬਜੈਕਟ ਹੈ, ਇਹਨੂੰ ਬੜੇ ਧਿਆਨ ਨਾਲ ਦੇਖਣਾ ਹੈ। ਤੇ ਬੇਟਾ ਮੈਂ ਇੱਕ ਗਰੰਟੀ ਦਿੰਦਾ, ਜੇ ਤੁਸੀਂ ਡੇਲੀ ਫਿਜ਼ਿਕਸ ਦਾ ਕੰਮ ਦਿਲ ਲਗਾ ਕੇ ਕਰੋਗੇ ਤੇ ਬੇਟਾ ਇਹ ਸਬਜੈਕਟ ਜਿਹੜਾ ਸਭ ਨਾਲੋਂ ਜ਼ਿਆਦਾ ਤੁਹਾਡਾ ਜਿਹੜਾ ਬੇਟਾ ਇੰਟਰਸਟਿੰਗ ਸਬਜੈਕਟ ਹੋਏਗਾ। ਵੈਸੇ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਕਿ ਬੇਟਾ ਇੱਕ ਬਹੁਤ ਹੀ ਐਕਸਾਈਟਿੰਗ ਸਬਜੈਕਟ ਹੈ। ਨਾਓ ਇਸ ਤੋਂ ਬਾਅਦ ਬੇਟਾ ਸਾਡੇ ਕੋਲ ਆਉਣਗੀਆਂ ਫੋਰਸਿਸ ਇਨ ਨੇਚਰ। ਸਾਡੀਆਂ ਨੇਚਰ ਦੇ ਵਿੱਚ ਬੇਟਾ ਕਿਹੜੀ ਕਿਹੜੀ ਫੋਰਸ ਜਿਹੜੀ ਹੈ ਲੱਗ ਰਹੀ ਹੈ ਉਹਦੇ ਬਾਰੇ ਅਸੀਂ ਆਪਾਂ ਦੇਖਦੇ ਹਾਂ। ਨਾਓ the number one force is gravitational force. Gravitational force ਬੇਟਾ ਅਸੀਂ 9th ਕਲਾਸ ਦੇ ਵਿੱਚ ਅਸੀਂ ਪੜ੍ਹਿਆ ਕਿ ਯੂਨੀਵਰਸ ਦੇ ਵਿੱਚ ਬੇਟਾ ਹਰ ਇੱਕ ਬਾਡੀ ਦੂਸਰੀ ਬਾਡੀ ਨੂੰ ਅਟਰੈਕਟ ਕਰ ਰਹੀ ਹੈ with some force of attraction, and that force of attraction is called gravitational force. ਅਰਥ ਵੀ ਬੇਟਾ ਸਾਨੂੰ ਜਿਹੜੀ ਅਟਰੈਕਟ ਕਰਦੀ ਹੈ। ਜੇ ਅਸੀਂ ਬੇਟਾ ਛਲਾਂਗ ਮਾਰਦੇ ਹਾਂ ਆਪਾਂ ਥੱਲੇ ਡਿੱਗ ਪੈਂਦੇ ਹਾਂ, ਕਿਉਂਕਿ ਇੱਕ ਬਾਡੀ ਅਰਥ ਹੋ ਗਈ ਤੇ ਦੂਸਰੀ ਬਾਡੀ ਬੇਟਾ ਅਸੀਂ ਹੋ ਗਈ। ਹੁਣ ਚੌਕ ਹੈ, ਥੱਲੇ ਗਿਆ, ਇੱਕ ਬਾਡੀ ਬੇਟਾ ਚੌਕ ਹੈ ਤੇ ਦੂਸਰੀ ਅਰਥ ਹੈ। ਅਰਥ ਨੇ ਚੌਕ ਨੂੰ ਆਪਣੇ ਵੱਲ ਬੇਟਾ ਅਟਰੈਕਟ ਕਰ ਲਿਆ। ਕਿ ਚੌਕ ਨੇ ਅਟਰੈਕਟ ਨਹੀਂ ਕੀਤਾ, ਚੌਕ ਨੇ ਵੀ ਕੀਤਾ ਬੇਟਾ। ਇਹਦੇ ਬਾਰੇ ਆਪਾਂ ਅਗਲੇ ਚੈਪਟਰਾਂ ਵਿੱਚ ਡਿਸਕਸ ਕਰਾਂਗੇ। ਹਲੇ ਇੰਨਾ ਹੀ ਯਾਦ ਰੱਖਣਾ ਹੈ ਕਿ ਯੂਨੀਵਰਸ ਵਿੱਚ ਹਰ ਇੱਕ ਬਾਡੀ ਦੂਸਰੀ ਬਾਡੀ ਨੂੰ ਬੇਟਾ ਅਟਰੈਕਟ ਕਰਦੀ ਹੈ, ਐਂਡ ਦੈਟ force is called gravitational force of attraction. ਬੇਟਾ ਗ੍ਰੈਵੀਟੇਸ਼ਨ ਫੋਰਸ ਜਿਹੜਾ ਹੈ ਇਹਦੀ ਡਿਸਕਵਰੀ ਸਾਰੀ ਬੇਟਾ ਨਿਊਟਨ ਨੇ ਕੀਤੀ ਤੇ ਨਿਊਟਨ ਦਾ ਬੇਟਾ ਹੀ ਲਾਅ 9th ਕਲਾਸ 'ਚ ਪੜਿਆ ਸੀ। ਗ੍ਰੈਵੀਟੇਸ਼ਨ G = m1 m2 divided by r²। ਕਿ ਫੋਰਸ ਆਫ ਗ੍ਰੈਵੀਟੇਸ਼ਨ ਦਾ ਬੇਟਾ ਫਾਰਮੂਲਾ ਹੈ। ਇਹ ਦੋ ਮਾਸਿਸ ਸੀ ਬੇਟਾ ਇਸ ਤਰ੍ਹਾਂ, ਤੇ ਉਹਨਾਂ ਦੇ ਸੈਂਟਰ ਤੋਂ ਸੈਂਟਰ ਦਾ ਡਿਸਟੈਂਸ ਬੇਟਾ ਸਾਡੇ ਕੋਲ r ਹੈ। ਇਹਦਾ ਮਾਸ m1 ਹੈ, ਇਹਦਾ ਮਾਸ m2।
ਇਹ ਦੋਨੋਂ ਬॉडीज ਜਿਹੜੀਆਂ ਬੇਟਾ ਇੱਕ ਦੂਸਰੇ ਨੂੰ ਅਟਰੈਕਟ ਕਰਨਗੀਆਂ ਵਿਦ ਦੈਟ ਫੋਰਸ। ਕੈਪੀਟਲ ਜੀ ਨੂੰ ਬੇਟਾ ਅਸੀਂ ਯੂਨੀਵਰਸਲ ਗ੍ਰੈਵਿਟੇਸ਼ਨਲ ਕਾਂਸਟੈਂਟ ਬੋਲਦੇ ਹਾਂ। r ਇਜ਼ ਦਾ ਡਿਸਟੈਂਸ ਫਰੋਮ ਸੈਂਟਰ ਟੂ ਸੈਂਟਰ। ਬੇਟਾ ਜਿਹੜੀ ਗ੍ਰੈਵਿਟੇਸ਼ਨਲ ਫੋਰਸ ਹੈ ਇਟ ਇਜ਼ ਸੈਂਟਰਲ ਇਨ ਨੇਚਰ। ਇਹਦੀ ਬੇਟਾ ਜਿਹੜੀ ਨੇਚਰ ਹੈ ਸੈਂਟਰਲ ਹੈ। ਕਹਿਣ ਦਾ ਮਤਲਬ ਇਟ always act along the line joining the center। ਇਹ ਬੇਟਾ ਫੋਰਸ ਦੀ ਡਾਇਰੈਕਸ਼ਨ ਹੁੰਦੀ ਹੈ ਸੈਂਟਰ ਟੂ ਸੈਂਟਰ। ਬੇਟਾ ਜੇ ਮੇਰੇ ਕੋਲ ਬॉडी ਇਸ ਤਰ੍ਹਾਂ ਹੈ, ਇਹਦਾ ਸੈਂਟਰ ਇੱਧਰ ਹੈ ਇਹਦਾ, ਤੇ ਗ੍ਰੈਵਿਟੇਸ਼ਨ ਫੋਰਸ ਬੇਟਾ ਐ ਨੂੰ ਹੋਏਗੀ। ਤੇ ਜੇ ਬॉडी ਇਸ ਤਰ੍ਹਾਂ ਪਈਆਂ ਨੇ ਤੇ ਗ੍ਰੈਵਿਟੇਸ਼ਨ ਫੋਰਸ ਦੀ ਡਾਇਰੈਕਸ਼ਨ ਬੇਟਾ ਐ ਨੂੰ ਹੋ ਜਾਏਗੀ। ਤੇ ਜੇ ਇਸ ਤਰ੍ਹਾਂ ਬॉडी ਪਈਆਂ ਤੇ ਇਸ ਡਾਇਰੈਕਸ਼ਨ ਚ ਆਏਗੀ। ਗ੍ਰੈਵਿਟੇਸ਼ਨ ਫੋਰਸ ਬੇਟਾ ਸੈਂਟਰਲ ਇਨ ਨੇਚਰ। ਦੂਸਰਾ ਪੁਆਇੰਟ, ਗ੍ਰੈਵਿਟੇਸ਼ਨ ਫੋਰਸ ਬੇਟਾ ਇਨਵਰਸ ਸਕੇਅਰ ਲਾਅ ਨੂੰ ਓਬੇ ਕਰਦੀ ਹੈ। ਹਾਲੇ ਯਾਦ ਰੱਖਣਾ ਬੇਟਾ, ਇਹਦੇ ਬਾਰੇ ਡਿਟੇਲ ਬਾਅਦ ਚੋਂ। ਇਹਨੂੰ ਬੋਲਦੇ ਬੇਟਾ 1/r² ਨੂੰ ਪੜ੍ਹਦੇ ਆ ਇਨਵਰਸ ਰੈਸੀਪ੍ਰੋਕਲ ਹੈ ਬੇਟਾ ਇਨਵਰਸ ਸਕੇਅਰ ਲਾਅ। ਕੋਈ ਵੀ ਫੋਰਸ ਡਿਸਟੈਂਸ ਦੇ ਸਕੇਅਰ ਦੇ ਇਨਵਰਸਲੀ ਆ ਗਈ ਬੇਟਾ, r ਡਿਸਟੈਂਸ ਹੈ। ਕੋਈ ਵੀ ਫੋਰਸ ਡਿਸਟੈਂਸ ਦੇ ਸਕੇਅਰ ਦੇ ਬੇਟਾ ਇਨਵਰਸਲੀ ਆ ਜਾਂਦੀ ਹੈ, ਅਸੀਂ ਉਸ ਨੂੰ ਬੋਲਦੇ ਹਾਂ ਕਿ ਇਨਵਰਸ ਸਕੇਅਰ ਲਾਅ ਨੂੰ ਇਹ ਓਬੇ ਕਰਦੀ ਆ। ਇਨਵਰਸ ਸਕੇਅਰ ਲਾਅ ਬੇਟਾ ਇਹ ਸਾਰੇ ਟੌਪਿਕ ਜਿਹੜੇ ਨੇ ਅਸੀਂ ਬੇਟਾ ਡਿਟੇਲ ਚ ਅੱਗੇ ਪੜਾਂਗੇ। ਹਾਲੇ ਯਾਦ ਰੱਖਣਾ ਹੈ ਕਿ ਕਿਹੜੀ ਫੋਰਸ ਇਨਵਰਸ ਸਕੇਅਰ ਲਾਅ ਨੂੰ ਓਬੇ ਕਰਦੀ ਹੈ, ਗ੍ਰੈਵਿਟੇਸ਼ਨਲ। ਸਿਮਿਲਰਲੀ ਸਾਡੇ ਕੋਲ ਬੇਟਾ ਇੱਕ ਇਲੈਕਟ੍ਰਿਕ ਫੋਰਸ ਵੀ ਆਏਗੀ, ਉਹ ਵੀ ਇਨਵਰਸ ਸਕੇਅਰ ਲਾਅ ਨੂੰ ਓਬੇ ਕਰਦੀ ਹੈ। ਹਾਂਜੀ ਬੇਟਾ ਕਲੀਅਰ। ਨਾਓ ਦ ਨੈਕਸਟ ਫੋਰਸ ਇਜ਼ strong force, nuclear force। ਇਸ ਤੋਂ ਬਾਅਦ ਬੇਟਾ ਜਿਹੜੀ ਸਾਡੀ ਫੋਰਸ ਆ ਰਹੀ ਹੈ ਨਿਊਕਲੀਅਰ। ਬੇਟਾ ਇੱਕ ਚੀਜ਼ ਨੋਟ ਕਰੋ, ਇੱਕ ਗੱਲ ਮੈਂ ਕਹਿਣਾ ਭੁੱਲ ਗਿਆ। ਗ੍ਰੈਵਿਟੇਸ਼ਨ ਫੋਰਸ ਬੇਟਾ ਇੱਕ ਲੌਂਗ ਜਿਹੜੀ ਰੇਂਜ ਫੋਰਸ ਹੈ ਬੇਟਾ। ਕਿੱਥੇ ਸਨ ਤੇ ਕਿੱਥੇ ਅਰਥ, ਕਿੰਨਾ ਜ਼ਿਆਦਾ ਬੇਟਾ ਡਿਸਟੈਂਸ ਹੈ, ਫਿਰ ਵੀ ਇੱਕ ਦੂਸਰੇ ਨੂੰ ਬੇਟਾ ਇਹਨਾਂ ਨੇ ਅਟਰੈਕਟ ਕਰਕੇ ਰੱਖਿਆ। ਇਹਦਾ ਮਤਲਬ ਗ੍ਰੈਵਿਟੇਸ਼ਨ ਫੋਰਸ ਜਿਹੜੀ ਹੈ ਇੱਕ ਲੌਂਗ ਨੇਚਰ ਹੈ ਬੇਟਾ। ਬੇਟਾ ਸਭ ਨਾਲੋਂ ਵੀਕ ਫੋਰਸ ਵੀ ਹੈ, ਸਾਰੀ ਫੋਰਸਿਸ ਨਾਲੋਂ ਇਹ ਵੀਕ ਹੈ, ਤੇ ਇਹਦੀ ਜਿਹੜੀ ਨੇਚਰ ਹੈ ਬੇਟਾ ਲੌਂਗ ਰੇਂਜ ਹੈ। ਇੱਕ ਤੇ ਲੌਂਗ ਰੇਂਜ, ਦੂਸਰਾ ਪੁਆਇੰਟ ਵੀਕ ਫੋਰਸ ਹੈ, ਤੀਸਰਾ ਪੁਆਇੰਟ ਇਨਵਰਸ ਸਕੇਅਰ ਲਾਅ ਨੂੰ ਓਬੇ ਕਰਦੀ ਹੈ, ਤੇ ਬੇਟਾ ਸਾਡੇ ਕੋਲ ਚੌਥਾ ਪੁਆਇੰਟ ਹੈ ਇਟ ਇਜ਼ ਸੈਂਟਰਲ ਇਨ ਨੇਚਰ। ਨਾਓ ਦ ਨੈਕਸਟ ਪੁਆਇੰਟ ਇਜ਼ ਨਿਊਕਲੀਅਰ ਫੋਰਸ। ਬੇਟਾ ਨਿਊਕਲੀਅਰ ਫੋਰਸ ਜਿਹੜੀ ਹੈ, ਪਹਿਲੀ ਗੱਲ ਤੇ ਯਾਦ ਰੱਖਣਾ ਹੈ ਇਟ ਇਜ਼ ਸ਼ਾਰਟ ਰੇਂਜ ਫੋਰਸ। ਬੇਟਾ ਇਹ ਸ਼ਾਰਟ ਰੇਂਜ ਹੈ, ਇਹਦੀ ਜਿਹੜੀ ਰੇਂਜ ਬਹੁਤ ਘੱਟ ਹੈ, ਸਿਰਫ ਤੇ ਸਿਰਫ ਨਿਊਕਲੀਅਸ ਦੇ ਅੰਦਰ ਹੀ ਐਕਟ ਕਰਦੀ ਹੈ। ਜਿਸ ਤਰ੍ਹਾਂ ਬੇਟਾ ਸਾਡੇ ਕੋਲ ਐਟਮ ਹੁੰਦਾ ਹੈ, ਐਟਮ ਦੇ ਸੈਂਟਰ ਦੇ ਵਿੱਚ ਬੇਟਾ ਸਾਡੇ ਕੋਲ ਨਿਊਕਲੀਅਸ ਹੈ, ਨਿਊਕਲੀਅਸ ਦੇ ਅੰਦਰ ਪ੍ਰੋਟੋਨ ਤੇ ਬੇਟਾ ਨਿਊਟਰੋਨ ਹੁੰਦੇ ਨੇ, ਆਲਰੇਡੀ ਆਪਾਂ ਪੜਿਆ ਹੋਇਆ ਹੈ। ਇਹਨਾਂ ਦੇ ਵਿੱਚ ਬੇਟਾ ਜਿਹੜੀ ਫੋਰਸ ਲੱਗਦੀ ਹੈ that is called nuclear force। ਬੇਟਾ ਬਹੁਤ ਜ਼ਿਆਦਾ ਜਿਹੜੀ ਹੈ ਸਟਰੋਂਗ ਫੋਰਸ ਹੈਗੀ। ਹਾਂਜੀ ਬੇਟਾ ਕਲੀਅਰ। ਇਹ ਨਿਊਕਲੀਓਨ ਦਾ ਮਤਲਬ ਪ੍ਰੋਟੋਨ ਤੇ ਨਿਊਟਰੋਨ ਨੂੰ ਬੇਟਾ ਬਾਈਂਡ ਕਰਕੇ ਰੱਖਦੀ ਹੈ ਤੇ ਨਿਊਕਲੀਅਸ ਨੂੰ ਬੇਟਾ ਸਟੇਬਲ ਬਣਾਉਂਦੀ ਹੈ। that is called nuclear force। ਬਟ ਇਹ ਸ਼ਾਰਟ ਰੇਂਜ ਹੈ, ਪਰ ਬੇਟਾ ਸਭ ਨਾਲੋਂ ਜ਼ਿਆਦਾ ਸਟਰੋਂਗੈਸਟ ਫੋਰਸ ਬੇਟਾ ਸਾਡੀ ਨਿਊਕਲੀਅਰ ਫੋਰਸ ਹੈ। ਹਾਂਜੀ ਬੇਟਾ ਕਲੀਅਰ। ਇਸ ਤੋਂ ਬਾਅਦ ਸਾਡੇ ਕੋਲ ਬੇਟਾ ਜਿਹੜੀ ਫੋਰਸ ਆਂਦੀ ਹੈ ਇਲੈਕਟ੍ਰੋਸਟੈਟਿਕ ਫੋਰਸ। ਬੇਟਾ ਇਲੈਕਟ੍ਰੋਸਟੈਟਿਕ ਫੋਰਸ ਜਿਹੜੀ ਹੈ ਇਲੈਕਟ੍ਰੋਸਟੈਟਿਕ ਫੋਰਸ ਬੇਟਾ ਇਹ ਜਿਹੜੀ ਫੋਰਸ ਹੈ ਇਟ ਐਕਟ ਬਿਟਵੀਨ ਟੂ ਚਾਰਜ ਪਾਰਟੀਕਲਸ। ਬੇਟਾ ਚਾਰजेस ਦੇ ਵਿੱਚ ਐਕਟ ਕਰਦੀ ਹੈ। ਜਿਵੇਂ ਅਸੀਂ ਕੂਲਮ ਲਾਅ ਪੜਿਆ, ਦੋ ਚਾਰजेस ਇੱਕ ਦੂਸਰੇ ਨੂੰ ਅਟਰੈਕਟ ਕਰਦੇ ਨੇ, ਦੋ ਚਾਰजेस ਇੱਕ ਦੂਜੇ ਨੂੰ ਰਿਪੈਲ ਵੀ ਕਰ ਸਕਦੇ ਨੇ। ਇਹ ਡਿਪੈਂਡ ਕਰਦਾ ਹੈ ਕਿ ਉਹਨਾਂ ਦੀ ਚਾਰजेस ਦੇ ਸਾਈਨ ਕਿਸ ਤਰ੍ਹਾਂ ਦੇ ਨੇ। ਗ੍ਰੈਵਿਟੇਸ਼ਨ ਫੋਰਸ ਹਮੇਸ਼ਾ ਅਟਰੈਕਟਿਵ ਹੋਏਗੀ, ਤੇ ਜਿਹੜੀ ਬੇਟਾ ਇਲੈਕਟ੍ਰੋਸਟੈਟਿਕ ਫੋਰਸ ਹੈ ਇਟ ਮੇ ਬੀ ਅਟਰੈਕਟਿਵ ਔਰ ਇਟ ਮੇ ਬੀ ਰਿਪਲਸਿਵ। ਹਾਂਜੀ ਬੇਟਾ ਕਲੀਅਰ। ਨਾਓ ਇਸ ਤੋਂ ਬਾਅਦ ਬੇਟਾ ਸਾਡੇ ਕੋਲ ਕੁਝ laws ਨੇ conservation laws।
ਬੇਟਾ ਕੰਜ਼ਰਵੇਸ਼ਨ ਆਫ ਲਾਜ਼ ਦਾ ਮਤਲਬ ਹੈ ਕਿ ਜਦੋਂ ਕੋਈ ਐਕਸਪੈਰੀਮੈਂਟ ਹੁੰਦਾ ਬੇਟਾ, ਉਹਦੇ ਵਿੱਚ ਕੁਝ ਕੁਆਂਟੀਟੀਜ਼ ਹੁੰਦੀਆਂ ਨੇ ਬੇਟਾ ਜਿਹੜੀਆਂ ਨਹੀਂ ਚੇਂਜ ਹੁੰਦੀਆਂ। ਰਿਐਕਸ਼ਨ ਤੋਂ ਪਹਿਲਾਂ ਵੀ ਉਹੀਓ ਹੈ ਤੇ ਬੇਟਾ ਉਸ ਤੋਂ ਰਿਐਕਸ਼ਨ ਤੋਂ ਬਾਅਦ ਵੀ ਉਹੀ ਰਹਿੰਦੀ ਹੈ, ਉਹਨਾਂ ਵਿੱਚ ਚੇਂਜ ਨਹੀਂ ਆਉਂਦੀ। ਕੁਝ ਕੁਆਂਟੀਟੀ ਇਸ ਤਰ੍ਹਾਂ ਦੀਆਂ ਹੈ ਜਿਹੜੀਆਂ ਕਿਸੇ ਫਿਨੋਮੀਨਾ ਦੇ ਵਿੱਚ ਬੇਟਾ ਉਹ ਚੇਂਜ ਨਹੀਂ ਹੁੰਦੀਆਂ, ਐਂਡ ਦੈਟ ਦੈਨ ਬਿਕਮ ਕੰਜ਼ਰਵੇਸ਼ਨ। ਉਹ ਬੇਟਾ ਲਾਅ ਬਣ ਜਾਂਦਾ ਸਾਡਾ ਕੰਜ਼ਰਵੇਸ਼ਨ। ਜਿਸ ਤਰ੍ਹਾਂ ਬੇਟਾ ਸਾਰਿਆਂ ਬੱਚਿਆਂ ਨੇ ਤੁਸੀਂ ਤਾਂ ਸੁਣਿਆ ਹੀ ਹੋਏਗਾ ਬੇਟਾ, ਕੰਜ਼ਰਵੇਸ਼ਨ ਆਫ એનર્ਜੀ। એનર્ਜੀ ਕਾਈਨ ਨੈਦਰ ਬੀ ਕ੍ਰੀਏਟਿਡ ਨੋਰ ਡਿਸਟਰੋਇਡ। ਨਾ એનર્ਜੀ ਨੂੰ ਬੇਟਾ ਅਸੀਂ ਕ੍ਰੀਏਟ ਕਰ ਸਕਦੇ ਹਾਂ ਤੇ ਨਾ ਹੀ એનર્ਜੀ ਨੂੰ ਬੇਟਾ ਅਸੀਂ ਡਿਸਟਰੋਏ ਕਰ ਸਕਦੇ ਹਾਂ। ਇਹ ਸਾਡਾ ਬੇਟਾ ਇੱਕ ਲਾਅ ਹੈ ਕੰਜ਼ਰਵੇਸ਼ਨ ਆਫ એનર્ਜੀ। ਇਸ ਤੋਂ ਇਲਾਵਾ ਕੰਜ਼ਰਵੇਸ਼ਨ ਆਫ ਮਾਸ, ਇਸ ਤੋਂ ਇਲਾਵਾ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ, ਕੰਜ਼ਰਵੇਸ਼ਨ ਆਫ ਐਂਗੂਲਰ ਮੋਮੈਂਟਮ ਐਂਡ ਕੰਜ਼ਰਵੇਸ਼ਨ ਆਫ ਚਾਰਜ। ਬੇਟਾ ਇਸ ਤਰ੍ਹਾਂ ਇਹ ਗਾਂ ਬੇਟਾ ਅਸੀਂ ਜਿਹੜੀ ਹੈ ਗਾਂ ਸਟੱਡੀ ਗਾਂ ਫਰਦਰ ਬੇਟਾ ਅਸੀਂ ਪੜ੍ਹਦੇ ਜਾਵਾਂਗੇ। ਪਰ ਬੇਟਾ ਅਸੀਂ ਸਭ ਨਾਲੋਂ ਪਹਿਲਾਂ ਆਪਣਾ ਬੇਟਾ ਜਿਹੜਾ ਹੈ ਮਾਈਂਡ ਜਿਹੜਾ ਹੈ ਉਹ ਸੈਟਅਪ ਕਰਨਾ ਹੈ। ਅਸੀਂ ਡਰਨਾ ਨਹੀਂ ਹੈ ਤੇ ਬੇਟਾ ਇਹ ਸਭ ਨਾਲੋਂ ਜਿਹੜਾ ਵਧੀਆ ਜਿਹੜਾ ਐਕਸਾਈਟਿੰਗ ਜਿਹੜਾ ਬੇਟਾ ਸਾਡੇ ਕੋਲ ਹੈਗਾ ਉਹ ਸਬਜੈਕਟ ਹੈਗਾ ਬੇਟਾ ਫਿਜ਼ਿਕਸ। ਹਾਂਜੀ, ਆਈ ਹੋਪ ਕਿ ਤੁਹਾਨੂੰ ਬੇਟਾ ਇਸ ਲੈਕਚਰ ਵਿੱਚ ਕਾਫੀ ਕੁਝ ਬੇਟਾ ਪਤਾ ਲੱਗ ਗਿਆ ਹੋਵੇਗਾ ਤੇ ਕੱਲ ਬੇਟਾ ਨੈਕਸਟ ਲੈਕਚਰ ਦੇ ਵਿੱਚ ਜਿਹੜਾ ਹੈ ਅਸੀਂ ਡਿਸਕਸ ਕਰਾਂਗੇ ਕੁਝ ਮੈਥਮੈਟੀਕਲ ਟੂਲਸ ਜਿਹੜੇ ਸਾਨੂੰ ਬੇਟਾ ਫਿਜ਼ਿਕਸ ਨੂੰ ਸਮਝਣ ਦੇ ਵਿੱਚ ਬਹੁਤ ਹੀ ਜਿਹੜਾ ਹੈਲਪਫੁਲ ਹੋਣਗੇ। ਹਾਂਜੀ ਬੇਟਾ ਕਲੀਅਰ। ਜੇ ਬੇਟਾ ਤੁਹਾਨੂੰ ਇਹ ਮੇਰਾ ਲੈਕਚਰ ਚੰਗਾ ਲੱਗਾ ਹੋਇਆ ਤੇ ਮੇਰਾ ਬੇਟਾ ਜਿਹੜਾ YouTube ਜਿਹੜਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਬੇਟਾ ਲਾਈਕ ਕਰਨਾ ਨਾ ਭੁੱਲਣਾ। ਥੈਂਕ ਯੂ।